ਜਿਹੜਾ ਤੁਸੀਂ ਇਹ ਸਵਾਲ ਕੀਤਾ ਹੈ, ਮੇਰੇ ਖਿਆਲ ਦੇ ਨਾਲ ਇਹ ਕੇਵਲ ਤੇ ਕੇਵਲ ਇੱਕ ਸਵਾਲ ਨਹੀਂ ਹੈਗਾ, ਇੱਕ ਬੜਾ ਅਹਿਮ ਮੁੱਦਾ ਵੀ ਹੈ। ਕਿਉਂਕਿ ਕਾਫੀ ਸਮਾਂ ਪਹਿਲਾਂ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੁਆਰਾ ਔਰੰਗਜ਼ੇਬ ਨੂੰ ਲਿਖੇ ਇਸ ਮਹਾਨ ਪੱਤਰ ਜ਼ਫਰਨਾਮੇ ਦੇ ਉੱਪਰ ਇੱਕ ਸੈਮੀਨਾਰ ਹੋਇਆ ਸੀ। ਅਜੇ ਵੀ ਉਸ ਦੀ ਸਾਰੀ ਰਿਕਾਰਡਿੰਗ YouTube ਦੇ ਉੱਪਰ ਪਈ ਹੋਈ ਹੈ। ਤੁਸੀਂ ਵੇਖ ਸਕਦੇ ਹੋ ਕਿ ਉਹਦੇ ਹੇਠਾਂ ਵੀ ਕੁਝ ਲੋਕਾਂ ਦੇ ਇਵੇਂ ਦੇ, ਜਿਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਸ਼ੰਕੇ ਵਾਲੇ ਕਮੈਂਟ ਜਾਂ ਟਿੱਪਣੀਆਂ ਸੀ, ਜਿਸ ਦੇ ਵਿੱਚ ਇਹੀ ਜਿਹੜਾ ਤੁਸੀਂ ਸਵਾਲ ਕੀਤਾ ਹੈ ਕਿ ਕੀ ਜ਼ਫਰਨਾਮੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਔਰੰਗਜ਼ੇਬ ਦੀ ਸਿਫਤ ਕੀਤੀ ਹੈ ਅਤੇ ਕਿਉਂ ਕੀਤੀ ਹੈ, ਜਾਂ ਫਿਰ ਗੁਰੂ ਸਾਹਿਬ ਔਰੰਗਜ਼ੇਬ ਦੀ ਖੁਸ਼ਾਮਦ ਕਰਦੇ ਸੀ। ਦਰਅਸਲ ਇਹ ਸਵਾਲ ਮੈਂ ਫਿਰ ਦੁਬਾਰਾ ਬੇਨਤੀ ਕਰਾਂ ਕਿ ਇਹ ਸਵਾਲ ਤੁਹਾਡੇ ਲਈ ਇੱਕ ਸਵਾਲ ਹੈ, ਜਾਂ ਮੈਨੂੰ ਇਹ ਵੀ ਲੱਗਦਾ ਹੈ ਕਿ ਜਿੰਨੀ ਕੁ ਤੁਹਾਡੀ ਉਮਰ ਹੈ ਤੁਸੀਂ ਇਸ ਸਵਾਲ ਨੂੰ ਕਰਨ ਦੀ ਸਮਰੱਥਾ ਨਹੀਂ ਰੱਖ ਸਕਦੇ। ਹੋ ਸਕਦਾ ਹੈ ਕਿ ਇਹਦੇ ਪਿੱਛੇ, ਇਸ ਸਵਾਲ ਨੂੰ ਭੇਜਣ ਵਾਲੇ ਦੇ ਪਿੱਛੇ ਕੋਈ ਮਾਨਸਿਕਤਾ ਜਾਂ ਕੁਝ ਹੋਰ ਹੋਵੇ। ਪਰ ਫਿਰ ਵੀ ਮੈਂ ਇੱਕ ਬੇਨਤੀ ਕਰ ਦੇਵਾਂ ਕਿ ਜੇਕਰ ਸਾਰਾ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੱਲੋਂ ਔਰੰਗਜ਼ੇਬ ਨੂੰ ਲਿਖਿਆ ਹੋਇਆ ਇੱਕ ਖੱਤ, ਜਿਸ ਨੂੰ ਜ਼ਫਰਨਾਮਾ ਕਿਹਾ ਜਾਂਦਾ ਹੈ, ਜੇਕਰ ਤੁਸੀਂ ਜਾਂ ਜਿਸ ਨੇ ਵੀ ਇਹ ਸਵਾਲ ਕੀਤਾ ਹੈ ਜਾਂ ਜੋ ਵੀ ਇਸ ਸਵਾਲ ਦੇ ਪਿੱਛੇ ਹੈ, ਜੇਕਰ ਉਸਨੇ ਸਾਰਾ ਪੜ੍ਹਿਆ ਹੁੰਦਾ ਤਾਂ ਮੇਰੇ ਖਿਆਲ ਦੇ ਨਾਲ ਇਹ ਸਵਾਲ ਪੈਦਾ ਹੀ ਨਹੀਂ ਹੋਣਾ ਸੀ। ਪਰ ਫਿਰ ਵੀ ਜੇਕਰ ਸਵਾਲ ਪੈਦਾ ਹੋਇਆ ਤਾਂ ਇਸ ਨੂੰ ਥੋੜ੍ਹਾ ਜਿਹਾ ਅਸੀਂ ਇਤਿਹਾਸ ਦੀ ਰੌਸ਼ਨੀ ਦੇ ਵਿੱਚ ਘੋਖਣ ਦਾ ਯਤਨ ਜ਼ਰੂਰ ਕਰਾਂਗੇ। ਮੰਨ ਲਓ ਮੈਂ ਤੁਹਾਨੂੰ ਇੱਕ ਉਦਾਹਰਨ ਤੋਂ ਸ਼ੁਰੂ ਕਰਦਾ ਕਿ ਜਿਹੜੇ ਜ਼ਫਰਨਾਮਾ ਦੀ ਉਹ ਸ਼ੇਰ ਜਿਸ ਦੇ ਵਿੱਚ ਸਾਨੂੰ ਲੱਗਦਾ ਹੈ ਕਿ ਗੁਰੂ ਸਾਹਿਬ ਔਰੰਗਜ਼ੇਬ ਦੀ ਵਡਿਆਈ ਕਰ ਰਹੇ ਨੇ, 89 ਤੋਂ ਸ਼ਾਇਦ 99 ਤੋਂ ਲੈ ਕੇ 94 ਨੰਬਰ ਤੱਕ ਉਹ ਸ਼ੇਰ ਨੇ। ਹੁਣ ਉਹਨਾਂ ਦੇ ਵਿੱਚ ਜਿਹੜੀ ਗੱਲ ਦੀ ਸਿਫਤ ਕੀਤੀ ਹੈ, ਮੰਨ ਲਓ ਤੁਹਾਡੇ ਵਿੱਚੋਂ ਕੋਈ ਬੱਚਾ ਸੋਹਣਾ ਹੈ ਅਤੇ ਮੈਂ ਉਸ ਨੂੰ ਜੇ ਕਹਾਂ ਕਿ ਤੇਰੀ ਸ਼ਕਲ ਬੜੀ ਮਾੜੀ ਹੈ, ਅਤੇ ਦਰਅਸਲ ਇਹ ਕਿਤੇ ਨਾ ਕਿਤੇ ਮੈਂ ਝੂਠ ਬੋਲ ਰਿਹਾ। ਜੇ ਤੁਹਾਡੇ 'ਚੋਂ ਕਿਸੇ ਬੱਚੇ ਨੂੰ ਘੋੜਸਵਾਰੀ ਕਰਨੀ ਆਉਂਦੀ ਹੈ ਅਤੇ ਮੈਂ ਉਸ ਨੂੰ ਕਹਾਂ ਕਿ ਤੂੰ ਤਾਂ ਘੋੜੇ ਵੱਲ ਵੇਖ ਵੀ ਨਹੀਂ ਸਕਦਾ, ਫਿਰ ਵੀ ਮੈਂ ਕਿਤੇ ਨਾ ਕਿਤੇ ਗਲਤ ਬਿਆਨੀ ਕਰ ਰਿਹਾ। ਜੇ ਹੋ ਸਕਦਾ ਤੁਹਾਡੇ ਵਿੱਚੋਂ ਕੋਈ ਬੱਚਾ ਬਹੁਤ ਅਮੀਰ ਹੋਵੇ ਅਤੇ ਸਕੂਲ ਪੜ੍ਹਨ ਵੀ ਕਾਰ 'ਤੇ ਆਉਂਦਾ ਹੋਵੇ ਅਤੇ ਮੈਂ ਕਹਾਂ ਕਿ ਤੇਰੇ ਪਿਓ ਦੇ ਕੋਲ ਤਾਂ ਸਾਈਕਲ ਲੈਣ ਜੋਗੇ ਪੈਸੇ ਵੀ ਨਹੀਂ ਹੈਗੇ, ਤਾਂ ਵੀ ਮੈਂ ਝੂਠ ਬੋਲ ਰਿਹਾ। ਸੋ ਕਿਸੇ ਦੇ ਕੋਲ ਕੋਈ ਹੁਨਰ ਹੋਣਾ, ਕਿਸੇ ਦੇ ਕੋਲ ਪੈਸਾ ਜ਼ਿਆਦਾ ਹੋਣਾ, ਕਿਸੇ ਦੇ ਕੋਲ ਸ਼ਕਲ ਸੋਹਣੀ ਹੋਣੀ, ਕਿਸੇ ਦੇ ਕੋਲ ਕਿਸੇ ਚੀਜ਼ ਦਾ ਕੋਈ ਗੁਣ ਹੋਣਾ, ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਜਾਂ ਤਾਂ ਪਿੱਤਰੀ ਜਾਇਦਾਦ ਦੇ ਵਿੱਚੋਂ ਮਿਲਦੀਆਂ ਨੇ ਅਤੇ ਜਾਂ ਫਿਰ ਪਰਮਾਤਮਾ ਦੇ ਵੱਲੋਂ ਮਿਲਦੀਆਂ ਨੇ। ਪਰ ਜਿਹੜੀਆਂ ਚੀਜ਼ਾਂ ਦੀ ਗੁਰੂ ਸਾਹਿਬ ਨੇ ਔਰੰਗਜ਼ੇਬ ਦੀਆਂ ਦੀ ਸਿਫਤ ਕੀਤੀ ਹੈ, ਉਹ ਹੈ ਖੁਸ਼ਿਸ਼ ਸ਼ਾਹੇ ਸ਼ਾਹ ਸ਼ਾਹ ਔਰੰਗਜ਼ੇਬ ਚਲਾਕ ਹਸਤ ਦਸਤ ਚਾਬਕ ਰਕੇਬ, ਕਿ ਬੜਾ ਚੰਗਾ ਘੋੜਸਵਾਰ ਹੈ ਅਤੇ ਤੇਗ ਵੀ ਬਹੁਤ ਸੋਹਣੀ ਚਲਾਉਂਦਾ ਹੈ। ਹੁਣ ਜਦੋਂ ਹੈ ਹੀ ਉਹ ਚੰਗਾ ਘੋੜਸਵਾਰ, ਉਹ ਹੈ ਹੀ ਚੰਗਾ ਤੇਗ ਚਲਾਉਣ ਵਾਲਾ, ਉਹ ਹੈ ਹੀ ਚੰਗਾ ਤੀਰ ਅੰਦਾਜ਼, ਅਤੇ ਗੁਰੂ ਸਾਹਿਬ ਕਹਿਣ ਨਹੀਂ ਤੈਨੂੰ ਘੋੜਸਵਾਰੀ ਨਹੀਂ ਆਉਂਦੀ, ਤਾਂ ਲੋਕ ਕੀ ਕਹਿੰਦੇ ਕਿ ਗੁਰੂ ਸਾਹਿਬ ਨੇ ਝੂਠ ਬੋਲਿਆ। ਅਗਲੀ ਗੱਲ 'ਤੇ ਆ ਜਾਈਏ। ਗੁਰੂ ਸਾਹਿਬ ਕਹਿੰਦੇ ਨੇ ਚੇਹੁਸਨ ਜਮਾਲ ਅਸਤ ਰੌਸ਼ਨ ਜ਼ਮੀਰ ਖੁਦਾਵੰਦ ਮੁਲਕ ਅਸਤ ਸਾਹਿਬ ਅਮੀਰ। ਸੋਹਣਾ ਬਹੁਤ ਸੀ। ਸ਼ਾਹਜਹਾਨ ਦੀ ਬੇਗਮ ਮੁਮਤਾਜ਼ ਜਿਹੜੀ ਬਹੁਤ ਸੋਹਣੀ ਸੀ, ਉਸ ਦਾ ਬੇਟਾ ਸੀ। ਕੁਦਰਤੀ ਬਾਪ ਸੋਹਣਾ, ਮਾਂ ਸੋਹਣੀ, ਪੁੱਤਰ ਖੂਬਸੂਰਤ ਹੋਵੇਗਾ। ਅਤੇ ਗੁਰੂ ਸਾਹਿਬ ਜੇ ਕਹਿ ਦਿੰਦੇ ਕਿ ਤੇਰਾ ਤਾਂ ਚਿਹਰਾ ਹੀ ਬੜਾ ਭੈੜਾ ਹੈ, ਤਾਂ ਇਸ ਨੂੰ ਇਤਿਹਾਸ ਕਿਸ ਤਰ੍ਹਾਂ ਲੈਂਦਾ। ਉਸ ਤੋਂ ਬਾਅਦ ਕਹਿੰਦੇ ਕਿ ਸਾਰੇ ਮੁਲਕ ਦਾ ਮਾਲਕ ਹੈ, ਤਾਂ ਕੁਦਰਤਨ ਉਸਨੇ ਬਹੁਤ ਇਲਾਕਾ ਜਿੱਤਿਆ, ਬਹੁਤ ਇਲਾਕਾ ਫਤਿਹ ਕੀਤਾ, ਅਤੇ ਗੁਰੂ ਸਾਹਿਬ ਨੇ ਇਹ ਵੀ ਸੱਚ ਬੋਲਿਆ ਕਿ ਬਹੁਤ ਸਾਰਾ ਇਲਾਕਾ ਤੇਰੇ ਅਧੀਨ ਹੈ। ਸੋ ਕਿਤੇ ਵੀ ਗੁਰੂ ਸਾਹਿਬ ਨੇ ਜਿਹੜੀਆਂ ਉਸ ਦੇ ਕੋਲ ਖੂਬੀਆਂ ਨੇ, ਕੋਈ ਚੰਗਾ ਘੋੜਸਵਾਰ ਹੈ, ਚੰਗਾ ਤੀਰ ਅੰਦਾਜ਼ ਹੈ, ਚੰਗਾ ਤਲਵਾਰਬਾਜ਼ ਹੈ, ਉਸ ਦੇ ਕੋਲ ਪੈਸਾ ਹੈ, ਉਹ ਸ਼ਕਲ ਦਾ ਸੋਹਣਾ ਹੈ, ਇਹ ਸਾਰੀਆਂ ਗੱਲਾਂ ਕੀਤੀਆਂ ਨੇ। ਪਰ ਹੁਣ ਗੱਲ ਆਉਂਦੀ ਹੈ ਕਿ ਉਸ ਦੇ ਐਬਾਂ ਦੀ, ਉਸ ਦੇ ਔਗਣਾਂ ਦੀ, ਜਿਹੜੀ ਉਹਦੀ ਮਾਨਸਿਕਤਾ ਕਰਕੇ ਨੇ। ਅਤੇ ਗੁਰੂ ਸਾਹਿਬ ਕਹਿੰਦੇ ਨਾ ਈਮਾ ਪਰਸਤੀ ਨਾ ਔਜ਼ਾਏ ਦੀ ਨਾ ਸਾਹਿਬ ਸ਼ਨਾਸੀ ਨਾ ਮੁਹੰਮਦ ਜ਼ਕੀ। ਈਮਾਨ ਪ੍ਰਸਤ ਨਾ ਹੋਣਾ ਸਭ ਤੋਂ ਵੱਡਾ ਔਗਣ ਤੇ ਇਹ ਹੈ, ਅਤੇ ਗੁਰੂ ਸਾਹਿਬ ਨੇ ਉਸ ਨੂੰ ਬਕਾਇਦਾ ਜ਼ਫਰਨਾਮੇ 'ਚ ਲਿਖਿਆ। ਹੁਣ ਉਹ ਈਮਾਨ ਪ੍ਰਸਤ ਕਿਉਂ ਨਹੀਂ ਸੀ? ਔਰੰਗਜ਼ੇਬ ਜਿਸ ਦਾ
ਜਦੋਂ ਜਨਮ ਹੋਇਆ ਤਾਂ ਇਸਦਾ ਜਿਹੜਾ ਨਾਮ ਸੀ ਮੋਹਿਉਦੀਨ ਮੁਹੰਮਦ ਰੱਖਿਆ ਗਿਆ। ਜਦੋਂ ਵੱਡਾ ਹੋਇਆ ਤਾਂ ਫਿਰ ਇਸ ਨੇ ਕਹਿ ਸਕਦੇ ਹੋ ਕਿ ਜਦੋਂ ਇਹ ਤਖਤ ਦੇ ਉੱਪਰ ਬੈਠਾ ਹੈ, ਔਰ ਤਖਤ ਤੋਂ ਜਦੋਂ ਇਹ ਬੈਠਾ ਹੈ ਤਾਂ ਸਭ ਤੋਂ ਪਹਿਲਾਂ ਆਪਣੇ ਬਾਪ ਨੂੰ ਕੈਦ ਦੇ ਵਿੱਚ ਰੱਖਣਾ ਆਗਰੇ ਦੇ ਕਿਲੇ ਦੇ ਵਿੱਚ, ਔਰ ਇਸ ਦੇ ਬਾਪ ਸ਼ਾਹਜਹਾਂ ਨੇ ਆਪਣੀ ਫੌਤ ਹੋ ਚੁੱਕੀ, ਮਰ ਚੁੱਕੀ ਪਤਨੀ ਦੀ ਯਾਦ ਦੇ ਵਿੱਚ ਤਾਜ ਮਹਿਲ, ਜਿਹੜਾ ਅੱਜ ਵੀ ਤੁਸੀਂ ਜਾ ਕੇ ਵੇਖਦੇ ਹੋ ਦੁਨੀਆ ਦੇ ਅਜੂਬਿਆਂ ਦੇ ਵਿੱਚ ਹੈ, ਉਸ ਨੂੰ ਹਮੇਸ਼ਾ ਵੇਖਣ ਦੇ ਵਾਸਤੇ ਇੱਕ ਆਗਰੇ ਦੇ ਸ਼ਾਹੀ ਕਿਲੇ 'ਚ ਇੱਕ ਖਿੜਕੀ ਰੱਖੀ ਹੁੰਦੀ ਸੀ ਕਿ ਮੈਂ ਉਹਨੂੰ ਤੱਕਦਾ ਰਵਾਂ। ਔਰੰਗਜ਼ੇਬ ਨੇ ਉਹ ਵੀ ਬੰਦ ਕਰਵਾ ਦਿੱਤੀ ਸੀ। ਬਸ ਉਹ ਇੱਕ ਕੈਦ ਦੇ ਵਿੱਚ ਸੀ। ਇੱਕ ਵਾਰੀ ਉਸਨੇ ਇਸ ਨੂੰ ਇੱਕ ਸ਼ੇਅਰ ਲਿਖਿਆ ਸੀ ਕਿ ਸ਼ਾਇਦ ਇਸ ਨੂੰ ਕਿਤੇ ਥੋੜ੍ਹੀ ਬਹੁਤੀ ਇਹਦੀ ਜਿਹੜੀ ਕਹਿ ਸਕਦੇ ਹੋ ਕਿ ਅਣਖ ਹੈ, ਜਾਂ ਫਿਰ ਇਹਦੇ ਅੰਦਰ ਦੀ ਜਿਹੜੀ ਇਨਸਾਨੀਅਤ ਹੈ, ਸ਼ਾਇਦ ਉਹ ਥੋੜ੍ਹੀ ਬਹੁਤੀ ਜਾਗ ਸਕੇ। ਤਾਂ ਉਸ ਨੇ ਇਸ ਨੂੰ ਉਸ ਸ਼ੇਰ ਦੇ ਵਿੱਚ ਲਿਖਿਆ ਸੀ ਕਿ ਬਾਬਾ ਮਨ ਬਹਾਦਰ ਮਨ ਦੀ ਰੋਜ਼ ਲੱਖ ਸਵਾਰ ਬੂਦਮ ਇਮਰੋਜ਼ ਮੁਹਤਾਜ ਜ਼ਖ ਕਾਸਾ ਏ ਆਬਮ। ਇਸ ਦਾ ਭਾਵ ਕਿ ਮੇਰੇ ਬਹਾਦਰ ਬੇਟੇ, ਮੇਰੀ ਇੱਕ ਗੱਲ ਸੁਣ, ਅਜੇ ਕੱਲ੍ਹ ਦੀ ਗੱਲ ਹੈ। ਦੀ ਰੋਜ਼ ਸਾਹਿਬ ਲੱਖ ਸਵਾਰ ਬੂਦਮ, ਕਿ 1 ਲੱਖ ਸਵਾਰ ਮੇਰੇ ਸਾਹਮਣੇ ਖੜਾ ਹੁੰਦਾ ਸੀ ਜਦੋਂ ਮੈਂ ਬਾਦਸ਼ਾਹ ਸੀ। ਇਮਰੋਜ਼, ਅੱਜ ਉਹ ਦਿਨ ਆ ਗਿਆ। ਮੁਹਤਾਜ, ਮੈਂ ਮੁਹਤਾਜ ਹੋ ਗਿਆ। ਯਕ, ਇੱਕ ਕਾਸਾ ਏ ਆਬਮ, ਪਾਣੀ ਦੇ ਪਿਆਲੇ ਦੇ ਵਾਸਤੇ। ਪਰ ਫਿਰ ਕਹਿੰਦੇ ਕਿ ਮੈਂ ਤੈਨੂੰ ਇੱਕ ਗੱਲ ਦੱਸਣਾ ਚਾਹੁੰਦਾ। ਇਸ ਦਾ ਬਾਪ ਕਹਿੰਦਾ, ਦਰੀ ਦੁਨੀਆ ਮਗਰੂਰ ਨਾ ਬਾਇਤ ਬੂਦ, ਕਿ ਦੁਨੀਆ ਦੇ ਵਿੱਚ ਕਦੀ ਵੀ ਬਹੁਤ ਹੰਕਾਰ ਦੇ ਨਾਲ ਨਹੀਂ ਵਿਚਰਨਾ ਚਾਹੀਦਾ। ਪਤਾ ਨਹੀਂ ਪਰਮਾਤਮਾ ਨੇ ਕਿਸ ਤਰ੍ਹਾਂ ਦੀ ਲਾਠੀ ਕਿਸ ਵੇਲੇ ਮਾਰ ਦੇਣੀ ਹੈ। ਦਰ ਹਿੰਦੁਸਤਾਨ 'ਚ ਹਿੰਦੂ 'ਚ ਮੁਸਲਮਾਨ ਹਮਾ ਬੇਈਮਾਨ, ਬਰਾਏ ਨਾਲ ਉਹ ਪਾਰਚਾ ਦੀਨ ਖੁਦ ਮੈਂ ਫਰੋਸ਼ੰਦ। ਪਰ ਕਹਿੰਦਾ ਮੈਂ ਇੱਕ ਗੱਲ ਵੇਖਣ ਦਿਆਂ ਕਿ ਜਿਹੜੇ ਲੋਕ ਤੇਰੀ ਮਦਦ ਕਰਦੇ ਨੇ, ਚਾਹੇ ਉਹ ਹਿੰਦੂ ਨੇ ਚਾਹੇ ਮੁਸਲਮਾਨ ਨੇ, ਦਰਅਸਲ ਉਹ ਵੀ ਆਪਣੇ ਦੀਨ ਤੋਂ ਹੀਣੇ ਹੋ ਚੁੱਕੇ ਨੇ, ਕਿਉਂਕਿ ਤੇਰੇ ਵਰਗੇ ਦੀਨ ਤੋਂ ਹੀਣੇ ਦੀ ਮਦਦ ਕਰ ਰਹੇ ਨੇ। ਪਰ ਫਿਰ ਕਹਿੰਦਾ ਕਈ ਵਾਰੀ ਤਾਂ ਮੈਨੂੰ ਤੇਰੇ ਨਾਲੋਂ ਕਈ ਹਿੰਦੂ ਚੰਗੇ ਲੱਗਦੇ ਆ। ਉਹ ਅਗਲੇ ਸ਼ੇਰ ਦੇ ਵਿੱਚ ਕਹਿੰਦਾ, ਆਫਰੀ ਬਾਦ ਹਿੰਦੂਆਂ ਹਰ ਬਾਬ, ਮੁਰਦਾ ਰੱਦ ਹਿੰਦ ਦਾਇਮ ਆਬ, ਐ ਪਿਸਰ ਤੂੰ ਅਜ਼ਬ ਮੁਸਲਮਾਨੀ, ਜ਼ਿੰਦਾ ਜ਼ਾਨਮ ਬਾਬ ਨਾ ਰਸਾਨੀ। ਕਹਿੰਦਾ ਕਿ ਆਫਰੀਨ ਸ਼ਾਬਾਸ਼, ਬਲਹਾਰੇ ਜਾਣਾ। ਕਹਿੰਦਾ ਆਫਰੀਨ, ਕਹਿੰਦਾ ਸ਼ਾਬਾਸ਼ ਦਿੰਦਾ ਮੈਂ ਹਿੰਦੂਆਂ ਨੂੰ, ਕਮ ਸੇ ਕਮ ਸਰਾਧਾਂ ਦੇ ਰੂਪ 'ਚ ਆਪਣੇ ਮਰੇ ਹੋਏ ਪਿੱਤਰਾਂ ਨੂੰ ਪਾਣੀ ਤਾਂ ਭੇਜਦੇ ਆ, ਪਰ ਤੂੰ ਤਾਂ ਇੰਨਾ ਨਿਕੰਮਾ ਹੈ ਕਿ ਜੀਂਦੇ ਬਾਪ ਨੂੰ ਪਾਣੀ ਵੀ ਨਹੀਂ ਦੇ ਰਿਹਾ। ਕਬੀਰ ਸਾਹਿਬ ਨੇ ਇਹ ਗੱਲ ਬੜੀ ਪਿਆਰੀ ਕੀਤੀ ਹੈ। ਉਹਨਾਂ ਇਹਦੇ ਤੋਂ ਬਹੁਤ ਅਗਲੀ ਗੱਲ, ਇਹਨਾਂ ਸਰਾਧਾਂ ਦੇ ਨਾਮ ਦੇ ਉੱਪਰ ਪਾਣੀ ਭੇਜਣ ਵਾਲਿਆਂ ਦੇ ਉੱਪਰ ਵੀ ਇੱਕ ਟਿੱਪਣੀ ਕਰ ਦਿੱਤੀ ਹੈ। ਜੀਵਤ ਪਿੱਤਰ ਨਾ ਮਾਨੇ ਕੋ, ਮੂਏ ਸਰਾਧ ਕਰਾਹੀ, ਪਿੱਤਰ ਵੀ ਬੱਪਰੇ ਕਹੋ ਕਿਆ ਪਾਵੇਂ, ਕਊਆ ਕੂਕਰ ਖਾਹੀ। ਸੋ ਇਸ ਔਰੰਗਜ਼ੇਬ ਨੇ ਜਦੋਂ ਤਖਤ ਦੇ ਉੱਪਰ ਬੈਠਾ ਹੈ ਤੇ ਮੁਹਿਉਦੀਨ ਮੁਹੰਮਦ ਤੋਂ ਆਪਣੇ ਨਾਲ ਹੋਰ ਕਈ ਤਖੱਲਸ ਜੋੜੇ ਨੇ, ਅਬੂ ਜ਼ਫਰ ਮੁਹਿਉਦੀਨ ਮੁਹੰਮਦ ਔਰੰਗਜ਼ੇਬ ਆਲਮਗੀਰ, ਇਹ ਇਸ ਨੇ ਆਪਣਾ ਪੂਰਾ ਨਾਮ ਜਿਹੜਾ ਸੀ ਉਹ ਰਖਾਇਆ। ਭਰਾਵਾਂ ਦਾ ਕਤਲ ਬੜੀ ਬੇਦਰਦੀ ਦੇ ਨਾਲ ਕੀਤਾ। ਜਿਸ ਵੇਲੇ ਇਹਦਾ ਭਰਾ ਦਾਰਾ ਸ਼ਿਕੋ, ਜਿਹੜਾ ਗੁਰੂ ਘਰ ਦਾ ਸ਼ਰਧਾਲੂ ਵੀ ਸੀ, ਔਰ ਜਿਸ ਦੀ ਜਾਨ ਜਦੋਂ ਇਸ ਨੇ ਉਸ ਨੂੰ ਜ਼ਹਿਰ ਦੇ ਦਿੱਤਾ ਸੀ ਤੇ ਗੁਰੂ ਹਰਰਾਏ ਸਾਹਿਬ ਦੇ ਸ਼ਫਾਖਾਨੇ ਦੇ ਵਿੱਚੋਂ ਗਈਆਂ ਹੋਈਆਂ ਜੜੀਆਂ ਬੂਟੀਆਂ ਤੇ ਔਸ਼ਧੀਆਂ ਦੇ ਨਾਲ ਜਿਸ ਦੀ ਜਾਨ ਬਚੀ ਸੀ, ਜਦੋਂ ਉਸ ਨੇ ਪਿਤਾ ਦੀ ਮੌਤ ਤੋਂ ਬਾਅਦ ਬਗਾਵਤ ਕਰ ਦਿੱਤੀ, ਭਾਵ ਕਿ ਵੱਖਰੇ ਰਾਜ ਦਾ ਐਲਾਨ ਕੀਤਾ, ਤਾਂ ਇਸ ਨੇ ਆਪਣੇ ਛੋਟੇ ਭਰਾ ਮੁਰਾਦ ਨੂੰ ਕਿਹਾ ਕਿ ਤੂੰ ਮੇਰੇ ਨਾਲ ਚੱਲ, ਅਸੀਂ ਦੋਵੇਂ ਭਰਾ ਰਲ ਕੇ ਦਾਰਾ ਸ਼ਿਕੋ ਦੀ ਬਗਾਵਤ ਨੂੰ ਕੁਚਲ ਦਈਏ। ਵੇਖ, ਮੈਂ ਤੇ ਰਾਜ ਨਹੀਂ ਕਰਨਾ, ਮੇਰਾ ਤੇ ਫਕੀਰਾਂ ਵਾਲਾ ਸੁਭਾਅ ਹੈ, ਮੈਂ ਤੇ ਬਸ ਚਾਹੁੰਦਾ ਹੈ ਕਿ ਮੇਰਾ ਛੋਟਾ ਭਰਾ ਰਾਜ ਤੇ ਬੈਠ ਜਾਵੇ ਤੇ ਉਸ ਤੋਂ ਬਾਅਦ ਮੈਂ ਹਮੇਸ਼ਾ ਦੇ ਵਾਸਤੇ ਮੱਕੇ ਦਾ ਹਜ ਕਰਕੇ ਫਕੀਰੀ ਨੂੰ ਧਾਰਨ ਕਰ ਲਵਾਂ। ਉਹ ਇਹਦੀਆਂ ਗੱਲਾਂ ਦੇ ਵਿੱਚ ਆ ਗਿਆ। ਇਸੇ ਕਰਕੇ ਗੁਰੂ ਸਾਹਿਬ ਨੇ ਫਤਿਹਨਾਮਾ ਦੇ ਵਿੱਚ 1 ਲੱਖ ਬੜੀ ਪਿਆਰੀ ਲਿਖੀ ਹੈ ਨਾ ਗੱਲ, ਜਿਹਾਂ ਸ਼ੁੱਧ ਸ਼ਗਾਲੋ ਬਾ ਮਕਰੇਰੀਆਂ, ਹਮੇ ਕੁਸ਼ਤਾ ਦੋ ਬੱਚਗਾ ਸ਼ੇਰੇਰਾ, ਕਿ ਇੱਕ ਚਲਾਕ ਗਿੱਦੜ ਜਿਹੜਾ ਮਕਰ ਕਰਨ ਵਾਲਾ, ਜਿਹੜਾ ਫਰੇਬ ਕਰਨ ਵਾਲਾ ਔਰੰਗਜ਼ੇਬ ਤੂੰ ਉਹ ਹੈ। ਹੁਣ ਇੱਥੇ ਇਹਦਾ ਫਰੇਬ ਵੇਖੋ ਕਿ ਆਪਣੇ ਛੋਟੇ ਭਰਾ ਨੂੰ ਕਹਿੰਦਾ ਕਿ ਮੈਨੂੰ ਰਾਜ ਦੇ ਵਿੱਚ, ਰਾਜ ਗੱਦੀ ਦੇ ਵਿੱਚ
ਸਲਤਨਤ ਦੇ ਵਿੱਚ ਮੈਨੂੰ ਕੋਈ ਦਿਲਚਸਪੀ ਨਹੀਂ ਆ। ਮੈਂ ਤਾਂ ਚਾਹੁੰਦਾ ਮੇਰੇ ਛੋਟੇ ਭਰਾ ਦੇ ਸਿਰ ਦੇ ਉੱਪਰ ਤਾਜ ਹੋਵੇ ਇਸ ਦੇਸ਼ ਦਾ, ਇਸ ਰਾਜ ਦਾ, ਅਤੇ ਮੈਂ ਫਿਰ ਹੱਜ ਕਰਨ ਤੋਂ ਬਾਅਦ ਹਮੇਸ਼ਾ ਵਾਸਤੇ ਫਕੀਰੀ ਧਾਰਨ ਕਰ ਲਵਾਂ। ਉਹ ਇਹਦੀਆਂ ਮੱਕਰ ਭਰੀਆਂ ਫਰੇਬ ਭਰੀਆਂ ਗੱਲਾਂ ਦੇ ਵਿੱਚ ਆ ਗਿਆ। ਉਸਨੇ ਇਸ ਦੀ ਮਦਦ ਕੀਤੀ। ਦਾਰਾ ਸ਼ਿਕੋ ਫੜਿਆ ਗਿਆ। ਕੀ ਬਣਿਆ ਬਾਅਦ 'ਚ ਗੱਲ ਕਰਦੇ ਹਾਂ। ਪਰ ਜਿਹੜੇ ਭਰਾ ਨੇ ਇਸ ਦੀ ਮਦਦ ਕੀਤੀ ਸੀ ਮੁਰਾਦ ਜਦੋਂ ਇਹਦੇ ਨਾਲ ਇਹਦੇ ਮਹਿਲ ਦੇ ਵਿੱਚ ਆਇਆ ਅਤੇ ਮੁਰਾਦ ਕਹਿੰਦਾ ਕਿ ਭਾਈ ਜਾਨ ਹੁਣ ਤਾਂ ਜਲਦੀ ਮੈਨੂੰ ਤੁਸੀਂ ਤਖਤੋ ਤਾਜ ਦਾ ਮਾਲਕ ਬਣਾ ਦਿਓਗੇ। ਕਹਿੰਦਾ ਹਾਂ, ਤੂੰ ਅੱਜ ਦਰਬਾਰੀਆਂ ਦੇ ਨਾਲ ਐਸ਼ ਕਰ, ਖੁਸ਼ੀ ਮਨਾ, 1-2 ਦਿਨਾਂ ਤੱਕ ਤੇਰੀ ਤਖਤ ਨਸ਼ੀਨੀ ਤਾਜਪੋਸ਼ੀ ਕਰ ਦੇਵਾਂਗੇ। ਉਸ ਨੇ ਰਾਤ ਨੂੰ ਦਰਬਾਰੀਆਂ ਦੇ ਨਾਲ ਮਿਲ ਕੇ ਖੁਸ਼ੀ ਦੇ ਵਿੱਚ ਸ਼ਰਾਬ ਦੀ ਮਹਿਫਲ ਲਾਈ ਕਿ ਕੱਲ੍ਹ ਮੈਂ ਬਾਦਸ਼ਾਹ ਬਣ ਜਾਣਾ, ਅਤੇ ਇਹਨੇ ਉਸੇ ਵੇਲੇ ਹੀ ਆਪਣੇ ਕੁਛ ਮਲਾਣਿਆਂ ਦੇ ਪਾਸੋਂ ਫਤਵਾ ਜਾਰੀ ਕਰਵਾ ਦਿੱਤਾ ਕਿ ਮੁਸਲਮਾਨ ਰਾਜਾ ਜਿਹੜਾ ਉਹ ਸ਼ਰਅ ਦੇ ਮੁਤਾਬਕ ਸ਼ਰਾਬ ਦਾ ਸੇਵਨ ਨਹੀਂ ਕਰ ਸਕਦਾ। ਉਹਨੂੰ ਜੇਲ੍ਹ ਦੇ ਵਿੱਚ ਸੁੱਟ ਦਿੱਤਾ। ਜਦੋਂ ਉਸਨੇ ਇਸ ਨੂੰ ਇਹ ਕਿਹਾ ਕਿ ਠੀਕ ਹੈ, ਮੇਰੇ ਕੋਲ ਮੰਨ ਲਓ ਗਲਤੀ ਹੋ ਗਈ, ਦੋਸ਼ ਤਾਂ ਬੜਾ ਛੋਟਾ ਸੀ, ਰਾਜੇ ਸਾਡੇ ਪਰਿਵਾਰ ਦੇ ਵਿੱਚ ਵੀ ਤਾਂ ਪਹਿਲੇ ਰਾਜੇ ਪੀਂਦੇ ਰਹੇ ਨੇ, ਜਹਾਂਗੀਰ ਵੀ ਪੀਂਦਾ ਰਿਹਾ, ਅਤੇ ਫਿਰ ਉਸ ਨੇ ਇਸ ਆਪਣੇ ਛੋਟੇ ਭਰਾ ਦੇ ਉੱਪਰ ਇੱਕ ਸੈਯਦ ਦੇ ਕਤਲ ਦਾ ਮੁਕੱਦਮਾ ਪਾ ਕੇ ਉਸ ਨੂੰ ਕਤਲ ਦੀ ਸਜ਼ਾ ਦੇ ਦਿੱਤੀ। ਦਾਰਾ ਸ਼ਿਕੋ ਦਾ ਬੜਾ ਦਰਦਨਾਕ ਅੰਤ ਕੀਤਾ ਗਿਆ। ਉਸ ਨੂੰ ਇਹ ਫਤਵਾ ਜਾਰੀ ਕਰਵਾ ਦਿੱਤਾ ਕਿ ਉਸ ਦੇ ਖਿਲਾਫ ਕਿ ਇਹ ਕਾਫਰ ਹੈ। ਉਸ ਨੂੰ ਬਹੁਤ ਬੁਰੀ ਬਹੁਤੇ ਮਾਰਿਆ ਗਿਆ। ਉਸ ਦੀ ਲਾਸ਼ ਨੂੰ ਹਾਥੀ ਦੇ ਉੱਪਰ ਟੰਗ ਕੇ ਗਲੀ ਗਲੀ ਕੂਚੇ ਫੇਰਿਆ ਗਿਆ। ਫਿਰ ਉਸ ਦਾ ਸਿਰ ਵੱਢਿਆ ਗਿਆ। ਸਿਰ ਵੱਢ ਕੇ ਇੱਕ ਨੇਜੇ ਦੇ ਉੱਪਰ ਟੰਗ ਕੇ ਦਿੱਲੀ ਸ਼ਹਿਰ ਦੇ ਵਿੱਚ ਘੁਮਾਇਆ ਗਿਆ, ਅਤੇ ਉਸ ਤੋਂ ਬਾਅਦ ਉਸ ਦੇ ਸਿਰ ਨੂੰ ਇੱਕ ਡੱਬੇ ਦੇ ਵਿੱਚ ਬੰਦ ਕਰਕੇ ਬਾਪ ਦੇ ਕੋਲ ਭੇਜਿਆ ਗਿਆ, ਜਿਸ ਨੂੰ ਪਹਿਲਾਂ ਹੀ ਕੈਦ ਕੀਤਾ ਹੋਇਆ ਸੀ। ਸੋ ਇਸ ਸਾਰੇ ਕਹਿ ਸਕਦੇ ਹੋ ਕਿ ਰਾਜ ਗੱਦੀ ਦਾ ਇਹ ਜਿੰਨਾ ਵੀ ਇਸ ਪਰਿਵਾਰ ਦੇ ਵਿੱਚ ਛੜਯੰਤਰ ਚੱਲਿਆ, ਉਹਦੇ ਵਿੱਚ ਇਹਦੀ ਇੱਕ ਭੈਣ ਇਸ ਦੀ ਮਦਦ ਕਰਦੀ ਸੀ, ਰੌਸ਼ਨ ਆਰਾ। ਬਹੁਤ ਜਲਦੀ ਹੀ ਇਸਨੇ ਰੌਸ਼ਨ ਆਰਾ ਨੂੰ ਵੀ ਜ਼ਹਿਰ ਦੇ ਕੇ ਖ਼ਤਮ ਕਰਵਾ ਦਿੱਤਾ। ਫਿਰ ਇਸ ਨੂੰ ਇੰਝ ਲੱਗਾ ਕਿ ਮੇਰਾ ਛੋਟਾ ਪੁੱਤਰ ਸੁਲਤਾਨ ਮੁਹੰਮਦ ਥੋੜ੍ਹੀ ਜਿਹੀ ਜ਼ੁਰਤ ਰੱਖਦਾ ਹੈ, ਥੋੜ੍ਹੀ ਜਿਹੀ ਹਿੰਮਤ ਰੱਖਦਾ ਹੈ, ਕਿਤੇ ਜਿਸ ਤਰ੍ਹਾਂ ਮੈਂ ਆਪਣੇ ਬਾਪ ਦੇ ਨਾਲ ਕੀਤਾ ਹੈ ਕਿਤੇ ਉਹ ਵੀ ਮੇਰੇ ਨਾਲ ਇੰਝ ਨਾ ਕਰ ਦੇਵੇ। ਇਸ ਨੇ ਉਸ ਨੂੰ ਵੀ ਕਿਲਰ ਰੌਬ ਦੇ ਰਾਹੀਂ, ਕਿਲਰ ਰੌਬ ਦੇ ਉੱਪਰ ਮੇਰੇ ਬਹੁਤ ਸਾਰੇ ਲੈਕਚਰ ਪਹਿਲਾਂ ਹੈਗੇ ਨੇ, ਤੁਸੀਂ YouTube ਦੇ ਉੱਪਰ ਵੇਖ ਸਕਦੇ ਹੋ। ਇਸ ਨੇ ਕਿਲਰ ਰੌਬ ਦੇ ਨਾਲ, ਉਸ ਮੌਤ ਵਾਲੀ ਖਿੱਲਤ ਦੇ ਨਾਲ, ਜ਼ਹਿਰ ਦੇ ਨਾਲ ਉਸ ਨੂੰ ਵੀ ਮਰਵਾ ਦਿੱਤਾ। ਉਸ ਤੋਂ ਬਾਅਦ ਬਹਾਦਰ ਸ਼ਾਹ ਸ਼ਹਿਜ਼ਾਦਾ ਮੁਅੱਜ਼ਮ, ਜਿਹੜਾ ਨੰਦ ਲਾਲ ਜੀ ਦਾ ਸ਼ਾਗਿਰਦ ਸੀ ਔਰ ਜਿਸ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉੱਪਰ ਹਮਲਾ ਨਹੀਂ ਕੀਤਾ, ਜਿਹੜਾ ਨੰਦੇੜ ਤੱਕ ਵੀ ਗੁਰੂ ਸਾਹਿਬ ਦੇ ਹਮ ਰਕਾਬ ਰਿਹਾ, ਉਸ ਨੂੰ ਵੀ ਇਸ ਨੇ ਬਹੁਤ ਸਮਾਂ ਬੰਦੀ ਦੇ ਵਿੱਚ ਰੱਖਿਆ ਪਰਿਵਾਰ ਸਮੇਤ। ਇਸ ਦਾ ਇੱਕ ਹੋਰ ਬੇਟਾ ਸੀ ਸ਼ਹਿਜ਼ਾਦਾ ਅਕਬਰ। ਉਸ ਨੇ ਇਸ ਨੂੰ ਇੱਕ ਚਿੱਠੀ ਲਿਖ ਦਿੱਤੀ ਸੀ, ਜਿਹਦੇ ਵਿੱਚ ਇਸ ਦੀਆਂ ਕਰਤੂਤਾਂ ਨੂੰ ਉਸਨੇ ਨਸ਼ਰ ਕਰ ਦਿੱਤਾ ਸੀ, ਅਤੇ ਉਹ ਵੀ ਸਾਰੀ ਉਮਰ ਦੇਸ਼ ਨਿਕਾਲੇ ਦੀ ਸਜ਼ਾ ਜਿਹੜੀ ਹੈ ਉਹ ਭੁਗਤਦਾ ਰਿਹਾ। ਇਸ ਤਰ੍ਹਾਂ ਦੇ ਨਾਲ ਇਸਨੇ ਆਪਣੇ ਭਰਾ ਦਾਰਾ ਸ਼ਿਕੋ ਦੇ ਪੁੱਤਰ ਯਾਨੀ ਕਿ ਆਪਣੇ ਭਤੀਜੇ ਸੁਲਤਾਨ ਸ਼ਿਕੋ ਦਾ ਵੀ ਕਤਲ ਕਰਾ ਦਿੱਤਾ। ਔਰ ਇੰਨਾ ਨੀਵੇਂ ਸੁਭਾਅ ਦਾ ਸੀ ਕਿ ਪਹਿਲਾਂ ਆਪਣੀ ਬੇਟੀ ਜ਼ੇਬੁਲ ਨਿਸਾ ਨੂੰ ਜੇਲ੍ਹ ਦੇ ਵਿੱਚ ਰੱਖਿਆ। ਜ਼ੇਬੁਲ ਨਿਸਾ ਬਹੁਤ ਸੋਹਣੀ ਪੋਇਟਰੀ ਕਰਦੀ ਸੀ, ਥੋੜ੍ਹੀ ਸੂਫੀ ਸੁਭਾਅ ਦੀ ਮਾਲਕ ਸੀ। ਉਸ ਦੀ ਇੱਕ ਕਿਤਾਬ ਹੈ, ਹੁਣ ਉਸ ਦਾ ਅੰਗਰੇਜ਼ੀ ਅਨੁਵਾਦ ਵੀ ਮਿਲਦਾ, ਕਿਤੇ ਇੰਟਰਨੈਟ ਦੇ ਉੱਪਰ ਤੁਸੀਂ ਉਸ ਦੀ PDF ਡਾਊਨਲੋਡ ਕਰ ਸਕਦੇ ਹੋ, ਦੀਵਾਨੇ ਮਰਫੀ। ਸੋ ਜ਼ੇਬੁਲ ਨਿਸਾ ਨੂੰ ਕਤਲ ਕਰਨ ਦਾ, ਜੇਲ੍ਹ ਦੇ ਵਿੱਚ ਪਾਉਣ ਦਾ ਇੱਕ ਕਾਰਨ ਸੀ ਕਿ ਇਹ ਸੋਚਦਾ ਸੀ ਕਿ ਬੜੀ ਉਹ ਵੀ ਇੰਟੈਲੀਜੈਂਟ ਹੈ, ਬੜੀ ਸਿਆਣੀ ਹੈ, ਅਤੇ ਇੱਕ ਵਾਰੀ ਇਸ ਨੇ ਉਸ ਨੂੰ ਵੀ ਆਪਣੀਆਂ ਉਹਨਾਂ ਗੱਲਾਂ 'ਚ ਭਰਮਾਉਣ ਦੀ ਕੋਸ਼ਿਸ਼ ਕੀਤੀ ਜਿਹੜੀਆਂ ਗੱਲਾਂ ਦੇ ਵਿੱਚ ਕਦੀ ਮੁਰਾਦ ਆ ਗਿਆ ਸੀ, ਇਸ ਦਾ ਭਰਾ, ਜਿਸ ਨੂੰ ਇਸਨੇ ਕਿਹਾ ਸੀ ਕਿ ਮੈਂ ਤੈਨੂੰ ਤਖਤ ਜਲਦੀ ਹੀ ਦੇ ਦੇਵਾਂਗਾ, ਜਲਦੀ ਹੀ ਤੇਰੀ ਤਖਤ ਨਸ਼ੀਨੀ ਕਰ ਦੇਵਾਂਗਾ, ਦੇਸ਼ ਦਾ ਤਖਤ ਦਾ ਮਾਲਕ ਤੂੰ ਹੋਵੇਂਗਾ। ਅਤੇ ਇਸ ਨੇ ਆਪਣੀ ਲੜਕੀ ਨੂੰ ਜ਼ੇਬੁਲ ਨਿਸਾ ਨੂੰ ਇੱਕ ਖੱਤ ਲਿਖਿਆ, ਜਿਸ ਦਾ ਜ਼ਿਕਰ ਸੋਹਣ ਸਿੰਘ ਸੀਤਲ ਹੋਣਾ ਨੇ ਵੀ ਆਪਣੀ ਰਚਨਾ 'ਚ ਕੀਤਾ ਹੈ, ਤੁਸੀਂ ਉਹਦੇ ਵਿੱਚ ਪੜ੍ਹ ਸਕਦੇ ਹੋ। ਉਹ ਕਹਿੰਦਾ, ਸਲਤਨਤ ਰਾ ਇੱਜ਼ਤ ਅੰਦਰ ਆਲਮੇ ਫਾਨੀ ਕੁਜਾ ਅਸ਼ਤ। ਆਪਣੀ ਬੇਟੀ ਨੂੰ ਕਹਿੰਦਾ ਹੈ ਕਿ ਬੇਟੀ ਵੇਖੋ ਕਿਵੇਂ ਦੀਆਂ ਗੱਲਾਂ ਨੇ, ਜਿਸ ਨੂੰ ਗੁਰੂ ਸਾਹਿਬ ਕਹਿੰਦੇ ਨਾ ਕਿ ਨਾ ਸਾਹਿਬ ਸ਼ਨਾਸੀ ਨਾ ਮੁਹੰਮਦ ਜ਼ਕੀ,
ਨਾ ਈਮਾ ਪ੍ਰਸਤੀ ਨਾ ਔਜ਼ਾਏ ਦੀ। ਇੰਨਾ ਜ਼ਿਆਦਾ ਫਰੇਬ ਵਾਲਾ ਈਮਾਨ ਪ੍ਰਸਤੀ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈ। ਕਹਿੰਦਾ ਹੈ ਕਿ ਬੇਟੀ ਮੈਂ ਕਾਹਦਾ ਰਾਜਾ ਹੈ। ਜਿਹੜਾ ਰਾਜਾ ਹੁੰਦਾ ਹੈ ਨਾ, ਉਹਨੂੰ ਇਸ ਨਾਸ਼ਵਾਨ ਸੰਸਾਰ ਦੇ ਵਿੱਚ ਕਿੱਥੇ ਇੱਜ਼ਤ ਮਿਲਦੀ ਹੈ। ਮਾਂ ਗਦਾ ਜਾਂ ਨੇਮ ਮਾਰਾ ਐਸ਼ ਸੁਲਤਾਨੀ ਕੁਜਾ ਅਸ਼ਤ। ਮੇਰੀ ਜ਼ਿੰਦਗੀ ਦੇ ਵਿੱਚ ਸੁੱਖ ਕਿੱਥੇ। ਮੈਂ ਤੇ ਫਕੀਰਾਂ ਵਾਲੀ ਜ਼ਿੰਦਗੀ ਜਿਹੜੀ ਹੈ ਉਹ ਗੁਜ਼ਰ ਕਰ ਰਿਹਾ। ਈਂਦਲੇ ਦੀਵਾਨਾ ਰਾ ਗੁਫਤਮ ਕਿ ਅਕਲ ਸ਼ੌ ਨਾ ਸ਼ੁੱਧ। ਕਹਿੰਦਾ ਮੈਂ ਕਈ ਵਾਰੀ ਆਪਣੇ ਪਾਗਲ ਮਨ ਨੂੰ ਸਮਝਾਉਂਦਾ ਹੈ ਕਿ ਤੂੰ ਕੀ ਲੈਣਾ ਇਹਨਾਂ ਕੰਮਾਂ ਦੇ ਵਿੱਚੋਂ, ਪਰ ਫਿਰ ਵੀ ਆਰੇ ਆਰੇ ਤਿਫਲ ਰਾ ਮੈਲੇ ਸਬਕ ਖਾਨੀ ਕੂਜਾ ਅਸਤ। ਆਰੇ ਆਰੇ ਕਹਿੰਦਾ ਹੁੰਦਾ ਕਿ ਬਿਲਕੁਲ ਹਾਂ ਹਾਂ, ਪਰ ਬਿਲਕੁਲ ਦਿਲ ਮੰਨਦਾ ਨਹੀਂ, ਅਜੇ ਵੀ ਪਾਗਲ ਹੈ, ਦਿਲ ਮੰਨਦਾ ਨਹੀਂ। ਉਸੇ ਤਰ੍ਹਾਂ ਜਿਸ ਤਰ੍ਹਾਂ ਬੱਚੇ ਸਬਕ ਪੜ੍ਹਦੇ ਤੇ ਹੈ ਪਰ ਯਾਦ ਨਹੀਂ ਕਰਦੇ। ਮੈਂ ਬੜਾ ਮਨ ਨੂੰ ਸਮਝਾਉਣਾ ਹੈ ਕਿ ਤੂੰ ਇਸ ਰਾਜ ਦਰਬਾਰ ਚੋਂ ਕੀ ਲੈਣਾ, ਤੂੰ ਤੇ ਫਕੀਰ ਵਿਅਕਤੀ ਹੈ। ਤੇ ਇਹਦੀ ਬੇਟੀ ਨੇ ਇਸ ਦੇ ਇਸ ਸ਼ੇਰ ਦਾ ਜਵਾਬ ਜਿਹੜਾ ਨਾ ਉਹ ਵੀ ਸ਼ੇਰ ਦੇ ਵਿੱਚ ਦਿੱਤਾ ਸੀ, ਉਹੀ ਉਹਦੀ ਮੌਤ ਦਾ ਕਾਰਨ ਬਣਿਆ। ਉਸਨੇ ਲਿਖਿਆ ਸੀ ਬੇਤਕੱਲਫ ਦਰ ਬਦਰ ਗਰਦੀ ਤੁਰਾਸਾਨੀ ਕੁਜਸਤ। ਕਹਿੰਦੀ ਬਿਨਾਂ ਮਤਲਬ ਤੋਂ ਹੀ ਐਵੇਂ ਭਟਕਦਾ ਫਿਰਦਾ ਹੈ ਤੇ ਆਪਣੇ ਆਪ ਨੂੰ ਕਹਿੰਦਾ ਕਿ ਮੈਂ ਦਰਵੇਸ਼ ਹਾਂ, ਮੈਂ ਫਕੀਰ ਹਾਂ। ਚੂ ਤਖੂ ਰੇਜੇ ਜ਼ਿਕਰ ਆਲਮੀ ਫਾਨੀ ਕੁਜਾ ਅਸ਼ਤ। ਕਹਿੰਦੀ ਤੂੰ ਕਹਿੰਦਾ ਕਿ ਦੁਨੀਆ ਨਾਸ਼ਵਾਨ ਹੈ ਤੇ ਮੈਂ ਫਕੀਰ ਹਾਂ, ਪਰ ਕਹਿੰਦੀ ਮੈਂ ਤੇ ਇਹ ਕਹਿਣਾ ਚਾਹੁੰਦੀ ਹਾਂ ਕਿ ਇਸ ਨਾਸ਼ਵਾਨ ਦੁਨੀਆ ਦੇ ਵਿੱਚ ਮੈਂ ਤੇਰੇ ਵਰਗਾ ਜ਼ਾਲਮ ਕੋਈ ਵੇਖਿਆ ਹੀ ਨਹੀਂ। ਤੂੰ ਕਹਿੰਦਾ ਕਿ ਨਾਸ਼ਵਾਨ ਦੁਨੀਆ ਦੇ ਵਿੱਚ ਮੈਂ ਫਕੀਰ ਹਾਂ ਤੇ ਮੈਂ ਇਹ ਕਹਿੰਦੀ ਹਾਂ ਕਿ ਇਸ ਨਾਸ਼ਵਾਨ ਦੁਨੀਆ ਦੇ ਵਿੱਚ ਮੈਂ ਤੇਰੇ ਵਰਗਾ ਜ਼ਾਲਮ, ਤੇਰੇ ਵਰਗਾ ਮੈਂ ਨੀਚ ਤੇ ਮਕਾਰ ਇਨਸਾਨ ਕੋਈ ਨਹੀਂ ਵੇਖਿਆ। ਅਜ਼ਬਰ ਆਏ ਸਲਤਨਸਤ ਖੂਨੇ ਬਰਾਦਰ ਰੇਖਦੀ। ਤੂੰ ਕਹਿੰਦਾ ਕਿ ਮੈਂ ਚਾਹੁੰਦਾ ਕਿ ਸਲਤਨਤ ਤੋਂ ਦੂਰ ਜਾਵਾਂ, ਮੈਂ ਆਪਣੇ ਮਨ ਨੂੰ ਸਮਝਾਉਣਾ ਹੈ ਫਕੀਰੀ 'ਚ ਚਲਾ ਜਾਵਾਂ, ਪਰ ਅਸਲੀਅਤ ਤੇ ਇਹ ਹੈ ਕਿ ਇਸੇ ਸਲਤਨਤ ਦੇ ਵਾਸਤੇ ਤੂੰ ਪਿਤਾ ਤੋਂ ਲੈ ਕੇ ਭਰਾਵਾਂ ਤੋਂ ਲੈ ਕੇ ਬੱਚਿਆਂ ਦਾ ਖੂਨ ਡੋਲਿਆ। ਬਾਜ਼ ਮੈਂ ਗੋਈ ਕਿ ਸਾਰਾ ਐਸ਼ ਸੁਲਤਾਨੀ ਕੁਜਾਸ਼ਤ। ਫਿਰ ਕਹਿੰਦਾ ਹੈ ਕਿ ਬਾਦਸ਼ਾਹੀ ਦੇ ਵਿੱਚ ਮੇਰੇ ਵਾਸਤੇ ਆਰਾਮ ਕਿੱਥੇ, ਪਰ ਇਸੇ ਬਾਦਸ਼ਾਹੀ ਦੇ ਆਰਾਮ ਦੇ ਵਾਸਤੇ ਤੇ ਤੂੰ ਸਾਰਾ ਪਰਿਵਾਰ ਕਤਲ ਕਰ ਦਿੱਤਾ। ਸੋ ਆਹ ਜਿਹੜੀ ਸਾਰੀ ਉਹਦੇ ਜੀਵਨ ਦੀ ਗੱਲ ਹੈ, ਗੁਰੂ ਸਾਹਿਬ ਨੇ ਜ਼ਫਰਨਾਮੇ ਦੇ ਵਿੱਚ ਬੜੀ ਸਪਸ਼ਟ ਜਿਹੜੀ ਹੈ ਇਹ ਕਹਿ ਕੇ ਖ਼ਤਮ ਕਰ ਦਿੱਤੀ, ਨਾ ਈਮਾ ਪ੍ਰਸਤੀ, ਨਾ ਔਜ਼ਾਏ ਦੀਨ, ਨਾ ਸਾਹਿਬ ਸ਼ਨਾਸੀ, ਨਾ ਮੁਹੰਮਦ ਯਕੀਨ। ਸੋ ਜੇਕਰ ਜ਼ਫਰਨਾਮੇ ਨੂੰ ਸਾਰਾ ਤੁਸੀਂ ਧਿਆਨ ਦੇ ਨਾਲ ਪੜ੍ਹੋ, ਔਰ ਉਹਦੇ ਨਾਲ ਨਾਲ ਕੇਵਲ ਪੜ੍ਹੋ ਨਹੀਂ, ਜਿਹੜਾ ਸਾਰਾ ਘਟਨਾਕ੍ਰਮ ਵਾਪਰਿਆ ਉਸ ਦਾ ਵੀ ਅਧਿਐਨ ਕਰੋ, ਤੇ ਤੁਹਾਨੂੰ ਸਪਸ਼ਟ ਹੋ ਜਾਵੇਗਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਔਰੰਗਜ਼ੇਬ ਨੂੰ ਕਿਸ ਤਰ੍ਹਾਂ ਦੇ ਨਾਲ ਉਸ ਦੀ ਜਿਹੜੀ ਮਾਨਸਿਕਤਾ ਉਸ ਨੂੰ ਨਸ਼ਰ ਕਰਕੇ ਰੱਖ ਦਿੱਤਾ। ਸੋ ਇੰਨੀਆਂ ਬੇਨਤੀਆਂ ਪ੍ਰਵਾਨ। ਅਗਲਾ ਸਵਾਲ ਫਿਰ ਉਸ ਦਾ ਜਵਾਬ ਦੇਣ ਦਾ ਯਤਨ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।